सतनाम श्री वाहिगुरु। तुम मेरो मेर पर्वत स्वामी, ओट कही मैं तेरी। ना तुम डरो ना हम गिरते, रख लेनी हर मेरी। हमें से तुम ऐसा मांगो, हमें से तुम ऐसा, हमें से तुम ऐसा मांगो, हमें से तुम ऐसा। करते हम निर्गुण तू दाता, हम मूर्ख तुम चतुर सियाने, तुम सर्वज्ञता ज्ञाता। मातो हम ऐसे तुम ऐसा, हम पापी तुम पाप खंडन, नीको ठाकुर देसा। तुम सब साजे साजन वाजे, जियो पिंड दे प्राणा। निर्गुण यारे गुण नहीं कोई, तुम दान दो मेहरबाना। तुम करो भला हम पर न जाना, तुम सदा सदा दयाला। तुम सुखदाई पुरख विधाते, तुम रखो अपने बाला। निधान कल सुल्तान जी जंत सब जाते, अब मन हम है हवाला। रक्षण तुम के पास, हम ऐसे तुम ऐसा मांगो, हमें ऐसे तुम ऐसा, हम ऐसे तुम ऐसा मांगो, हमें ऐसे तुम ऐसा।
ਤਾਂ ਜੋ ਜਿਤਨਾ ਸਮਾਂ ਸਤਸੰਗਤ ਦਾ ਹੈ ਇਸ ਸਮੇਂ ਤੋਂ ਲਾਹਾ ਉਠਾ ਸਕੀਏ। ਸਤਸੰਗਤ ਦਾ ਆਨੰਦ ਉਦੋਂ ਹੀ ਆਉਂਦਾ ਹੈ ਜਦੋਂ ਮਨ ਵਿੱਚ ਇਕਾਗਰ ਹੋਵੇ, ਸ਼ਾਂਤੀ ਹੋਵੇ, ਰੌਲੇ ਰੱਪੇ ਤੋਂ ਟਿਕਾ ਵਿੱਚ ਬੈਠਿਆ ਜਾਏ, ਉਦੋਂ ਹੀ ਸਤਸੰਗਤ ਦਾ ਆਨੰਦ ਬਣਿਆ ਕਰਦਾ ਹੈ। ਸੋ ਇੱਕ ਦੋ ਪ੍ਰਬੰਧਕਾਂ ਨੂੰ ਬੇਨਤੀ ਹੈ, ਬਾਹਰ ਜੋ ਸ਼ੋਰ ਸ਼ਰਾਬਾ ਚੱਲ ਰਿਹਾ ਹੈ, ਬੱਚੇ ਉਹਨਾਂ ਦੇ ਉੱਤੇ ਕੁਛ ਕੰਟਰੋਲ ਕੀਤਾ ਜਾਏ ਤਾਂ ਜੋ ਰਲ ਮਿਲ ਕੇ ਸਤਸੰਗਤ ਤੋਂ ਲਾਭ ਉਠਾ ਸਕੀਏ। ਸਤਿਪੁਰਸ਼ਾਂ ਦੀ ਯਾਦ ਵਿੱਚ ਸੰਤ ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਦੀ ਯਾਦ ਨੂੰ ਮੁੱਖ ਰੱਖ ਕੇ ਸਮੂਹ ਸੰਗਤਾਂ ਨੇ, ਬਾਬਾ ਦਲਜੀਤ ਸਿੰਘ ਜੀਆਂ ਨੇ ਰਲ ਮਿਲ ਕੇ ਇਸ ਲਾਨਾ ਹੀ ਸਮਾਗਮ ਰੱਖਿਆ ਹੈ। ਕੱਲ੍ਹ ਵੀ ਸੰਗਤਾਂ ਨੇ ਗੁਰਬਾਣੀ ਕੀਰਤਨ ਤੋਂ ਲਾਹਾ ਉਠਾਇਆ ਹੈ। ਅੱਜ ਵੀ ਦਿਨ ਦਾ ਸਮਾਗਮ ਸੰਗਤਾਂ ਲਾਹਾ ਉਠਾ ਰਹੀਆਂ ਹਨ। ਭਾਵੇਂ ਮੌਸਮ ਕੁਝ ਠੀਕ ਨਹੀਂ, ਬਾਰਿਸ਼ ਦਾ ਮੌਸਮ ਹੈ, ਪਰ ਫਿਰ ਵੀ ਪ੍ਰੇਮ ਵਾਲੀਆਂ ਸੰਗਤਾਂ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੁੰਦਾ ਹੈ, ਚੱਖੜ ਚਾਖੀ ਮੀਂਹ ਵਰਸੇ ਵੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਵੋ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਏ। ਭਾਵੇਂ ਕਿਹੋ ਜਿਹਾ ਵੀ ਮੌਸਮ ਬਣਿਆ ਹੋਵੇ, ਜਿਹੜੀਆਂ ਗੁਰੂ ਦੀਆਂ ਸੰਗਤਾਂ ਹਨ, ਗੁਰੂ ਦੇ ਪਿਆਰੇ ਹਨ, ਗੁਰੂ ਦਾ ਦੀਦਾਰ ਕਰਨ ਵਾਸਤੇ, ਸਤਸੰਗਤ ਕਰਨ ਵਾਸਤੇ ਪਹੁੰਚੀ ਜਾਇਆ ਕਰਦੇ ਹਨ। ਬਾਬਾ ਫਰੀਦ ਜੀ, ਉਹ ਵੀ ਬੜੇ ਪ੍ਰੇਮ ਨਾਲ ਬਚਨ ਕਰ ਰਹੇ ਹਨ। ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭੀਜੇ ਕੰਬਲੀ, ਰਹਾਂ ਤਾਂ ਟੁੱਟੇ ਨੇਹੋ। ਭੀਜੋ ਸਿਜੋ ਕੰਬਲੀ, ਅੱਲ੍ਹਾ ਵਾਸੈ ਮੇਹੋ, ਜਾਏ ਮਿਲਾਂ ਤਿਨਾ ਸੱਜਣਾ, ਮੇਰਾ ਟੁੱਟੇ ਨਾਹੀ ਨੇਹੋ। ਸਾਧ ਸੰਗ ਬਾਬਾ ਫਰੀਦ ਜੀ ਕੁਛ ਪ੍ਰੇਮ ਦੇ ਵਿੱਚ ਇਹੋ ਜਿਹੇ ਸ਼ਬਦ ਉਚਾਰਨ ਕਰਦੇ ਹਨ। ਗਲੀ ਚਿੱਕੜ ਦੂਰ ਕਰ, ਉਸ ਵਾਹਿਗੁਰੂ ਦਾ ਦਰ ਕਰ। ਵਾਹਿਗੁਰੂ ਪਰਮੇਸ਼ਰ ਭਾਵੇਂ ਹੈ ਨੇੜੇ ਤੋਂ ਨੇੜੇ, ਕਹਿ ਰਵਿਦਾਸ ਹਾਥ ਪੈ ਨੇੜੇ, ਐਸਾ ਜੇ ਹੋਏ ਸੋ ਹੋਈ। ਨੇੜੇ ਨਾਹੀਂ ਦੂਰ, ਨਿਰ ਆਤਮੇ ਰਿਹਾ ਭਰਪੂਰ। ਵਾਹਿਗੁਰੂ ਸੁਭਨਾ ਦੇ ਅੰਦਰ ਬਾਹਰ ਹੈ, ਨੇੜੇ ਤੋਂ ਨੇੜੇ ਹੈ। ਪਰ ਇੱਥੇ ਬਾਬਾ ਫਰੀਦ ਜੀ ਕਿਉਂ ਕਹਿੰਦੇ ਹਨ ਗਲੀਏ ਚਿੱਕੜ ਦੂਰ ਕਰ? ਉਹਦਾ ਘਰ ਕਿਉਂ ਦੂਰ ਕਿਹਾ? ਕਿਉਂਕਿ ਵਿੱਚ ਸਾਸੰ ਮੋਹ ਦਾ ਚਿੱਕੜ ਪਿਆ ਹੈ। ਤਿਤ ਸਰਵਰਣ ਭਈਲੇ ਨਿਵਾਸਾ, ਪਾਣੀ ਪਾਵਕ ਨਹੀਂ ਕੀਆ। ਪੰਕ ਨਾਮ ਚਿੱਕੜ ਦਾ ਸਾਸਨ, ਇਕੱਠਾ ਪੰਕਜ ਬੋਲਦੇ ਸ਼ਬਦ ਉਹਦੇ ਕੁਛ ਅਰਥ ਹੋਰ ਹੋ ਜਾਂਦੇ ਹਨ। ਪੰਕ ਜੋ ਮੋਹ ਪਗ ਨਹੀਂ ਚਾਲੈ, ਹੁਣ ਦੇਖਾ ਤਹਿ ਡੁਬੀ ਅਲੇ। ਕਹਿੰਦੇ ਸਾਡਾ ਨਿਵਾਸ, ਸਾਡਾ ਜਨਮ ਇਹੋ ਜਿਹੀ ਥਾਂ ਹੋਇਆ ਜਿੱਥੇ ਮੋਹ ਦਾ ਚਿੱਕੜ ਹੈ। ਪੰਕ ਜੋ ਮੋਹ ਦਾ ਚਿੱਕੜ, ਜਿੱਥੇ ਇਨਸਾਨ ਤੁਰਦਾ ਹੈ ਵਿੱਚ ਧੱਸਦਾ, ਜਿਵੇਂ ਜਲਣ ਦਾ ਸੁਭਾਅ ਹੁੰਦਾ ਹੈ। ਜਲਣ ਵਿੱਚ ਕੋਈ ਫਸ ਜਾਏ, ਜਿਤਨੇ ਹੱਥ ਪੈਰ ਮਾਰਦਾ ਹੈ, ਉਤਨਾ ਹੀ ਹੋਰ ਵਿੱਚ ਧੱਸਦਾ ਚਲਿਆ ਜਾਇਆ ਕਰਦਾ ਹੈ।
ਸੋ ਸੰਸਾਰ ਦੇ ਵਿੱਚ ਮੋਹ ਦਾ ਚਿੱਕੜ ਹੈ। ਬਾਬਾ ਫਰੀਦ ਜੀ ਕਹਿੰਦੇ ਇੱਕ ਪਾਸੇ ਮੈਨੂੰ ਲਗਨ ਹੈ, ਇੱਕ ਪਾਸੇ ਪ੍ਰੇਮ ਹੈ, ਮੈਂ ਪਹੁੰਚਣਾ ਜ਼ਰੂਰ ਹੈ ਆਪਣੇ ਸਾਈਂ ਦੇ ਘਰ। ਇੱਕ ਪਾਸੇ ਮੋਹ ਦਾ ਚਿੱਕੜ ਹੈ। ਇਹਦੇ ਇਹ ਭਾਵ ਅਰਥ ਚੱਲਦੇ ਨੇ। ਅਖਰੀ ਅਰਥ ਉਹ ਤੁਹਾਡੇ ਸਾਹਮਣੇ ਪ੍ਰੈਕਟੀਕਲ ਹੋਇਆ ਹੀ ਹੋਇਆ। ਅਖਰੀ ਅਰਥ ਜਿਹੜੇ ਕਿ ਬਾਹਰ ਚਿੱਕੜ ਹੈ, ਗਲੀਆਂ ਦੇ ਵਿੱਚ, ਸੜਕਾਂ ਦੇ ਵਿੱਚ। ਗੁਰਬਾਣੀ ਇੱਕ ਅਖਰੀ ਅਰਥ ਹੁੰਦੇ ਹਨ, ਇੱਕ ਭਾਵ ਅਰਥ ਹੋਇਆ ਕਰਦੇ। ਅਖਰੀ ਅਰਥ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਬਾਰਿਸ਼ ਦਾ ਮੌਸਮ ਹੋਇਆ ਪਿਆ ਹੈ, ਗਲੀਆਂ ਵਿੱਚ ਚਿੱਕੜ ਹੈ। ਆਮ ਇਨਸਾਨ ਤੁਰਨ ਤੋਂ ਕੰਨੀ ਕਤਰਾਉਂਦਾ, ਛੱਡੋ ਕੀ ਜਾਣੇ ਗੁਰੂ ਘਰ ਦੇ ਵਿੱਚ ਤੁਰਾਂਗੇ, ਕੱਪੜੇ ਮੈਲੇ ਹੋਣਗੇ, ਵਸਤਰ ਮੈਲੇ ਹੋਣਗੇ, ਭਿੱਜ ਜਾਵਾਂਗੇ, ਠੰਡ ਦਾ ਮੌਸਮ ਹੈ। ਇਹ ਅਖਰੀ ਅਰਥ ਤੁਹਾਡੇ ਸਾਹਮਣੇ ਹੀ ਨੇ ਸਾਰਿਆਂ ਦੇ। ਇੱਥੇ ਭਾਵ ਅਰਥ ਚੱਲਦੇ ਹਨ। ਬਾਬਾ ਫਰੀਦ ਜੀ ਕਹਿੰਦੇ ਨੇ ਮੋਹ ਦਾ ਚਿੱਕੜ ਹੈ। ਇੱਕ ਪਾਸੇ ਮੈਨੂੰ ਲਗਨ ਹੈ, ਪ੍ਰੇਮ ਹੈ, ਆਪਣੇ ਮੁਰਸ਼ਿਦ ਦੇ ਖੁਸ਼ੀ ਲੈਣੀ ਹੈ, ਮੁਰਸ਼ਿਦ ਤੱਕ ਪਹੁੰਚਣਾ ਹੈ, ਆਪਣੇ ਗੁਰੂ ਦੇ ਘਰ ਪਹੁੰਚਣਾ ਹੈ। ਗਲੀਏ ਚਿੱਕੜ ਦੂਰ ਕਰ, ਵਿਚਾਲੇ ਮੂੰਹ ਦਾ ਚਿੱਕੜ ਹੋਣ ਕਰਕੇ ਉਹ ਘਰ ਲੱਗਦਾ ਦੂਰ ਹੈ। ਨਾਲ ਪਿਆਰੇ ਨੇਹੋ, ਪਰ ਮੇਰਾ ਨੇਹ ਹੈ, ਮੇਰਾ ਪ੍ਰੇਮ ਹੈ ਮੇਰੇ ਪਿਆਰੇ ਨਾਲ। ਚਲਾਂ ਤਾਂ ਭੀਜੇ ਕੰਬਣੀ, ਜਿਵੇਂ ਆ ਮੋਹ ਦੇ ਚਿੱਕੜ ਵਿੱਚ ਤੁਰਦਾ, ਆਪਣੇ ਆਪ ਤੋਂ ਮੋਹ ਦਾ ਚਿੱਕੜ ਨਹੀਂ ਸਾਹ ਸੰਭਾਲ ਹੁੰਦਾ। ਰਾਹਾਂ ਤਾਂ ਟੁੱਟਣ ਇਹੋ ਜੇ ਮੈਂ ਨਹੀਂ ਜਾਂਦਾ। ਕਥਨੇ ਚੱਕਰ ਚਾਕੀ ਪੀ ਵਰਸੇ, ਪੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਸਮੁੰਦ ਭਾਵੇਂ ਕਿਤਨਾ ਵੀ ਖਾਰਾ ਹੋਵੇ। ਗੁਰਸਿੱਖ ਪ੍ਰੇਮ ਵਾਲੇ ਨਦੀਆਂ ਚੀਰ ਕੇ ਲੰਘਦੇ ਹਨ। ਆਓ ਸਾਰੇ ਧਾਰਨਾ ਦਾ ਰਸ ਗੱਜ ਵੱਜ ਕੇ 3 ਹਿੱਸਿਆਂ ਵਿੱਚ ਬੋਲਿਆ ਕਰੋ ਵੀ ਫਿਰ ਅਗਲੀ ਵਿਚਾਰ ਆਰੰਭ ਕਰੀਏ। ਗੁਰਸਿੱਖ ਨਦੀਆਂ ਚੀਰਦੇ ਜਾਂਦੇ, ਮਿਲਣ ਪਿਆਰੇ ਗੁਰਾਂ ਨੂੰ। ਗੁਰਸਿੱਖ ਨਦੀਆਂ ਚੀਰਦੇ ਜਾਂਦੇ, ਮਿਲਣ ਪਿਆਰੇ ਗੁਰਾਂ
ਜਿਹੜੇ ਗੁਰਸਿੱਖ ਪਿਆਰੇ ਹਨ, ਗੁਰਮੁਖ ਪਿਆਰੇ ਹਨ, ਉਹ ਤਾਂ ਨਦੀਆਂ ਚੀਰਦੇ ਹੋਏ ਵੀ ਆਪਣੇ ਗੁਰੂ ਨੂੰ ਮਿਲਣ ਵਾਸਤੇ ਜਾਂਦੇ ਹੀ ਹਨ। ਤੋ ਆਪ ਸੰਗਤਾਂ ਦੇ ਮਨ ਵਿੱਚ ਐਸਾ ਪ੍ਰੇਮ, ਜੋ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ। ਸਾਸਮ ਗੁਰਬਾਣੀ ਨੂੰ ਪ੍ਰੇਮ ਸਿਰਫ ਵਾਚਿਆ ਜਾਏ, ਪੜ੍ਹਿਆ ਸੁਣਿਆ ਜਾਏ। ਗੁਰਬਾਣੀ ਅੰਦਰ ਦੋ ਕਿਸਮ ਦੇ ਇਨਸਾਨ, ਇੱਕ ਨੂੰ ਮਨਮੁਖ ਕਿਹਾ ਹੈ, ਇੱਕ ਨੂੰ ਗੁਰਮੁਖ ਕਿਹਾ ਹੈ। ਗੁਰਮੁਖਾਂ ਨੂੰ ਸੰਤ ਕਹੋ, ਬ੍ਰਹਮ ਗਿਆਨੀ ਕਹੋ, ਤਤਵੇਤੇ ਕਹੋ, ਜਾਂ ਜਿਉ ਕਹੋ, ਵੀ ਇੱਕ ਉਹ ਹਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਹੈ। ਇੱਕ ਉਹ ਪੁਰਸ਼ ਹਨ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਹੀਣੇ ਹਨ। ਦੋਨਾਂ ਦੀ ਗੱਲ ਗੁਰਬਾਣੀ ਅੰਦਰ ਕੀਤੀ ਗਈ ਹੈ। ਸਾਸਨ ਇੱਕ ਉਹ ਹਨ ਜਿਨ੍ਹਾਂ ਦਾ ਆਇਆ ਸੰਸਾਰ ਵਿੱਚ ਪ੍ਰਮਾਣ ਗਿਣਿਆ ਗਿਆ। ਇੱਕ ਉਹ ਹਨ ਜਿਨ੍ਹਾਂ ਦਾ ਆਇਆ ਸੰਸਾਰ ਵਿੱਚ ਗੁਰੂ ਜੀ ਕਹਿੰਦੇ ਆਏ ਤਾਂ ਪਰ ਉਹ ਪ੍ਰਵਾਨ ਨਹੀਂ ਗਿਣੇ ਗਏ। ਉਹਨਾਂ ਦੇ ਆਉਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਜੈਸੇ ਪਸ ਤੈਸੇ ਹੋਏ ਨਾਰਾਜ਼ੀ ਹੋ ਜੇ, ਪਸ਼ੂ ਤੇ ਹੋ ਜੇ ਉਹ ਪੁਰਸ਼ ਜਿਹੜੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁਝੇ ਪਸਟੋ। ਇੱਕ ਉਹ ਹਨ ਆਤਮ ਰਸ ਜੈ ਜਾਣਿਆ ਹਰ ਰੰਗ ਸਹਿਜੇ ਮਾਨ। ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਆਇਆ ਸਫਲਤਾ ਕੋ ਗਣੀਏ, ਜਾਸ ਰਸਨ ਹਰ ਹਰ ਜਸ ਭਣੀਏ। ਆਏ ਬਸੇ ਸਾਧੂ ਕੇ ਸੰਗੇ, ਅੰਤੇ ਨਾਮ ਤੇ ਆਵੈ ਰੰਗੇ। ਇੱਕ ਇਹ ਹਨ ਕਿ ਸੰਸਾਰ ਵਿੱਚ ਆਏ ਪ੍ਰਵਾਨ ਗਿਣੇ, ਜਿਨ੍ਹਾਂ ਦੀ ਉਪਮਾ ਗੁਰਬਾਣੀ ਵਿੱਚ ਵੀ ਆਈ। ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਪ੍ਰਵਾਨ ਗਣੀ ਸਹੀ ਹੈ, ਆਏ ਸਫਲ ਤਿਨਾ ਕੇ ਕਾਮਾ। ਇੱਕ ਇਹ ਹਨ ਸਾਸਨ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਉਹਨਾਂ ਦਾ ਆਇਆ ਸਫਲ ਹੈ। ਦੂਜੇ ਕਿਸਮ ਦੇ ਉਹ ਲੋਕ ਹਨ ਜਿਨ੍ਹਾਂ ਦਾ ਬਾਹਰ ਕੁਛ ਦਿਖਾਵਾ ਹੋ ਰਿਹਾ, ਅੰਦਰ ਕੁਛ ਹੋ ਰਿਹਾ। ਅੰਦਰੋਂ ਝੂਠੇ ਪੈਜ ਵਾਹਾਂ, ਦੁਨੀਆ ਅੰਦਰ ਫੈਲ। ਅਰਸਠ ਤੀਰਥ ਜੇ ਨਾਵੈ, ਉਤਰੈ ਨਾਹੀ ਮੈਲ। ਗੁਰੂ ਜੀ ਕਹਿੰਦੇ ਇੱਕ ਉਹ ਪੁਰਸ਼ ਹਨ ਜਿਨ੍ਹਾਂ ਦੇ ਅੰਦਰ ਤਾਂ ਝੂਠ ਹੈ। ਬਾਹਰ ਆਪਣੀ ਪੈਜ ਵਾਸਤੇ, ਆਪਣੀ ਸ਼ੋਭਾ ਵਾਸਤੇ, ਆਪਣੀ ਵਡਿਆਈ ਵਾਸਤੇ ਬੜਾ ਕੁਛ ਕਰਦੇ ਦੇਖੇ। ਪੁੰਨਦਾਨ ਵੀ ਕਰਦੇ ਹਨ, ਤੀਰਥਾਂ 'ਤੇ ਜਾ ਜਾ ਕੇ ਵੀ ਉੱਥੇ ਇਸ਼ਨਾਨ ਪਾਨ ਕਰਨੇ, ਪੁੰਨਦਾਨ ਕਰਨੇ। ਪਰ ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਪੁਰਸ਼ਾਂ ਨੂੰ ਸੰਸਾਰ ਵਿੱਚ ਪ੍ਰਵਾਨੇ ਆ। ਦੁਨੀਆ ਦੇ ਲੋਕ ਭਾਵੇਂ ਪ੍ਰਵਾਨ ਕਹਿ ਦੇਣ, ਦੁਨੀਆ ਦੇ ਲੋਕ ਭਾਵੇਂ ਕਹਿ ਦੇਣ ਜੀ ਬੜਾ ਪੁੰਨੀ ਹੈ, ਦੁਨੀਆ ਦੇ ਲੋਕ ਭਾਵੇਂ ਕਹਿ ਦੇਣ ਜੀ ਬੜਾ ਦਾਨੀ ਹੈ, ਬੜਾ ਜਪ ਤਪ ਕਰਦਾ ਹੈ, ਕਿ ਬੜਾ ਨਿਰਮਲ ਆਤਮਾ ਹੈ। ਪਰ ਗੁਰੂ ਵਾਹਿਗੁਰੂ ਪਰਮੇਸ਼ਵਰ ਸਭਨਾਂ ਦੀ ਜਾਣ ਵਾਲਾ ਹੈ। ਗੁਰਬਾਣੀ ਵਿੱਚ ਕਥਨ ਹੈ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਅਰਸਠ ਤੀਰਥ ਜੇ ਨਾਵੈ, ਉਤਰੈ ਨਾਹੀ ਮੈਲ। ਉਹ ਭਾਵੇਂ 68 ਤੀਰਥਾਂ 'ਤੇ ਆਪਣੀ ਪੈਜ ਵਾਸਤੇ ਜਾਂਦਾ ਹੈ, ਪਰ ਅੰਦਰੋਂ ਮੈਲ ਦਾ ਭਰਿਆ ਹੀ ਰਹਿੰਦਾ ਹੈ ਸਾਰਾ। ਫਿਰ ਉਸਦੇ ਅੱਗੇ ਗੁਰੂ ਜੀ ਨੇ ਹੋਰ ਦੱਸਿਆ, ਜਿਨ ਪਟ ਅੰਦਰ ਬਾਹਰ ਗੋਦਰ ਤੇ ਪਲੇ ਸੰਸਾਰ। ਤਿੰਨ ਨੇ ਲਗਾ ਰੱਬ ਸੇਤੀ, ਦੇਖਨੇ ਵਿਚਾਰ। ਇੱਕ ਤਾਂ ਉਹ ਸਨ ਜਿਹੜੇ ਆਪਣੀ ਪੈਜ ਵਾਸਤੇ, ਆਪਣੀ ਸ਼ੋਭਾ ਵਾਸਤੇ ਐਵੇਂ ਹੀ ਪਖੰਡ ਦੇ ਵਿੱਚ ਪਏ ਹੋਏ ਸੀ। ਪਰ ਗੁਰੂ ਜੀ ਕਹਿੰਦੇ ਇੱਕ ਉਹ ਹਨ ਜਿਨ ਪਟ ਅੰਦਰ ਬਾਹਰ ਗੋਦਰ। ਪਟ ਕਹਿੰਦੇ ਨੇ ਰੇਸ਼ਮ ਨੂੰ, ਜਿਨ੍ਹਾਂ ਦਾ ਹਿਰਦਾ ਅੰਦਰ ਰੇਸ਼ਮ ਦੀ ਤਰ੍ਹਾਂ ਹੈ।
बाहर भावें गोदड़ी पहनी हुई है, कोई फकीर है, भाव इत्थे इशारा आत्म रसियां वल है, तत्वेते महापुरुषां वल है, ब्रह्म ज्ञानी महापुरुषां वल है, जिन्हां दे अंदर पट अंदर रेशम की तरह बाहर गोदड़, बाहर भावें गोदड़ी पहनी है। ते भले संसार, गुरु जी कहते वो संसार विच आए परवान ने, तिन नेह लगा रब स्वीटी देखने विचार। फिर इहो जी ब्रह्म ज्ञानी तत्व विच अपनी मस्ती विच रंग हसे, रंग रोवे, चुप भी कर जाहे, परवाह नहीं किसे केरी, बाज सके नहीं। वो वाहिगुरू के नाम वाले की गल है, जिन्हां दे अंदर नाम है, सास प्रभ के सिमरन, प्रभु के सिमरन भी इतनी ताकत रखियां सीढ़ियां नीडियां सारा कुछ ही आ जाता है कि वो बेमोहताज हो जाते हैं, संसार में किसी की मोहताजगी नहीं करते, सासम बेपरवाह हो जाते हैं। नाम जपण वाले किसी की कोई परवाह नहीं, कोई राजा होवे, कोई मंत्री होवे, कोई संतरी होवे, क्योंकि भगत रविदास जी का ही वचन है, पंडित सूर छत्रपत राजा भगत बराबर और न कोई, भगतां के बराबर नहीं कोई होर शासन। पंडित सूर छत्रपत राजा भगत बराबर कोई ना, पंडित सूर छत्रपत राजा भगत बराबर कोई ना। चारे वेदां का ज्ञाता होवे, खट शास्त्री होवे, पढ़िया लिखिया भारा विद्वान होवे, कोई सूरमा होवे, वड्डियां वड्डियां सूरमगतियां हासिल कीतियां हुईयां होण। छत्रपत राजा जिसके अधीन और बेअंत राजे महाराजे हों, छोटे छोटे राजे जिन्होंने नमस्कार करते हों, वो राजा होवे। एक पासे ये लोग होण, एक पासे कोई रब का प्यारा भगत होवे, ब्रह्म ज्ञानी तत्वेता होवे, जिसका मन साचा मुख साचा सोए, अवर न पेखे एक सविन कोई, नानक ए लक्षण ब्रह्म ज्ञानी होवे। इहो जी अवस्था का कोई मालक होवे,
एक पासे वो है, दूजे पासे सारे संसार की विभूति साध संगत। भगत रविदास जी कहते भगत के बराबर किसी की भी हस्ती है नहीं, किसी की भी ताकत नहीं। जिहदे अंदर भगती है पर शर्त ये अंदर भगती होवे साध संगत, केवल गल्लां बातां ही ना हो, सेवा होवे और सिमरन होवे। ये दो गल्लां गुरु जी ने गुरु घर दे विच दसियां। साध संगत जी दे पल्ले हन वो मानो सारी संसार दा ही, कुल सृष्टि का ही चक्रवर्ती सम्राट है, जिहदे हिरदे अंदर सेवा है, जिहदे हिरदे अंदर सिमरन है कुल सृष्टि का सम्राट राजा। पर उन्होंने खासियत ये होंगी है साध संगत, क्योंकि गुरबाणी पढ़ के देखो फिर पता लगता है। ब्रह्म ज्ञानी तत्व ते महापुरुषों की संगत करके देखो फिर पता लगता है। सतपुरुष होंगे कुल सृष्टि के बादशाह, पर उन्होंने अंदर सबर और शुक्र, ये दो गल्लां साध संगत सब तो अहम होया करदियां। भाव निमरता होंदी है। सारिया ताकतां दे मालक होंदियां होइयां भी कदे अपने आप को सतपुरुष जिहड़े हन वो जनाया नहीं करते। ये उन्होंने निशानी है साध संगत। निमरता सब तो वड्डा कहना सतपुरुषों के विच होया करदा है। जे सबर और शुक्र नहीं तो मनो कुछ भी नहीं है। इंसान के पास ताकत होवे, विभूति होवे, जां कहो कोई श्री साहब टिक्की फिरदा म्यान तो बिना वो नुकसान ही करती है साध संगत। श्री साहब होवे म्यान दे विच होवे, रूम बलायत का बादशाह, उसनूं भगती करन दा शौक लग्या। किसी ने कहा राजन जे तू भगती करनी चाहता है पहला सबर और शुक्र भगती के गुण हैं उन्होंने हिरदे विच धारण कर ले। हुण अजकल भगती के गुणों का सानूं पता ही नहीं। साध संगत भगत बनी फिरदे हैं, संत बनी फिरदे हैं, पता है ही नहीं संत के गुण की होंगे, पता है नहीं भगती के गुण किहड़े गुण गुरु जी ने दसे ने जिहड़े सानूं धारण करने पैणगे। कहणगे राजन सबर और शुक्र ये मैं नहीं पता करते। हुण कल्ले कल्ले विद्वान नूं पुछदा फिरदा है कि सबर और शुक्र के की अर्थ हैं, पुछदा फिरदा है साध संगत। किसी विद्वान ने कहा है राजन जे तू सबर और शुक्र इसलिए अर्थ पूछने चाहता है। औरंगजेब उसकी जेल के अंदर एक सरमद नाम का फकीर है, आर्थ लोग है, बिरती चढ़ी है। जे तू उसनूं मिल लवे तेनों सबर और शुक्र के अर्थ पता लग जाएंगे। सरमद फकीर साध संगत इहो जिहा फकीर सी जिहड़ा बड़ा बेपरवाह, ना कोई तांडे उत्ते वस्त्र पहनना, क्योंकि फकीरां दा जिहड़ा वस्त्र है वो शरीर ही होया करदा है। धन बाबा बीरम दास जी देखो बदौशी वाले, जिथों आकाश सेवा दियां शाखावां आरंभ हुईयां, बाबा गुरमुख दास जी होए ने पहला साध संगत पटियाले वाले नंगे पैरी बदौशी जाया करते सन। बाबा बीरम दास सिद्ध पुरुषों के पास 321 साल की उन्होंने शरीर की उम्र हुई है। वो भी अपनी मस्ती विच एक लंगोट लाउणा नगा रहना अपने आनंद विच। उन्होंने ये वचन सी भाई तुसीं कहंदे हो शरीर ते वस्त्र नहीं पहनते, हमने नगेश वस्त्र पहनना हुआ है। नगेश वस्त्र आ शरीर संतां दा वस्त्र है। संत शरीर का नाम नहीं, संत किसी वस्त्र भेख का नाम नहीं। असीं भेख दे के मगर लग जाते हैं। साध संगत संत का एक अवस्था है, संत एक प्रैक्टिकल जीवन है। कोई शरीर भेख वस्त्र या होर बाहरी चिंता नाम संत नहीं है। सो ऐसे फकीर बाब सरमद फकीर हुए हैं। औरंगजेब ने कई दफा कहना है फकीर तो तांदे उत्ते कोई वस्त्र क्यों नहीं पहनना, सिर दे उत्ते भी कोई कुल्हा कुल्हा कहने हैं टोपी नूं पगड़ी नूं, तुम कुल्हा क्यों नहीं पहन रहा है। ये साडी शरअ दे उल्ट है।
इस्लाम मत दे विच कुल्हा पहनी जाती है, टोपी पहनी जाती है, तू क्यों नहीं पहनता? उस वक्त सरमत फकीर, क्योंकि फकीरां नूं की है, राजे महाराजिਆਂ तक शासन, ਜਿਹੜੇ ਰੱਬ ਦੇ ਫਕੀਰ ਨੇ, ਰੱਬ ਦੇ ਸੰਤ ਨੇ, ਜਿਹੜੇ ਨਾਮ ਦੇ ਰਸੀਏ ਨੇ, ਜਿਨ੍ਹਾਂ ਦੀ ਸੁਰਤ ਚੜੀ ਆ, ਉਹਨਾਂ ਨੂੰ ਰਾਜੇ ਮਹਾਰਾਜੇ ਤੱਕ ਕੀ ਪਰਵਾਹ। ਹਜ਼ੂਰ ਮਹਾਰਾਜ ਜੀ ਲਾੜੇ ਸਾਹਿਬ ਵਾਲੇ ਦਿੱਲੀ ਦੀਵਾਨ ਸਜਾ ਰਹੇ ਸਨ। ਕੋਈ ਪ੍ਰੇਮੀ ਆਇਆ, ਪੋਲੀਟੀਸ਼ੀਅਨ ਸੀ ਬੰਦਾ, ਕਹਿਣ ਗਿਆ ਮਹਾਰਾਜ ਇੰਦਰਾ ਗਾਂਧੀ ਉਸ ਸਮੇਂ ਦੀ ਰਾਣੀ ਨੂੰ ਮੰਨੋ ਸਾਸਨ ਸਾਡੇ ਦੇਸ਼ ਦੀ, ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਸੰਤ ਮਹਾਰਾਜ ਕਹਿਣ ਲੱਗੇ ਨਹੀਂ ਨਹੀਂ, ਮੇਰੇ ਪਾਸ ਨਹੀਂ ਸਮਾਂ ਹੈ। ਮਹਾਰਾਜ ਦੀਵਾਨ ਵਿੱਚ ਹੀ ਲੈ ਆਉਂਦੇ, ਕਹਿਣ ਲੱਗੇ ਦੀਵਾਨ ਹੀ ਉਹ ਤੋਂ ਲਵਾ ਲਓ, ਮੈਂ ਚਲਿਆ ਜਾਂਦਾ। ਸੋ ਇਹ ਬੇਪਰਵਾਹੀ ਹੋਏ ਕਰਕੇ ਅੱਜ ਕਿਸੇ ਸਾਡੇ ਸੰਤਰੀ ਪਾ ਕੋਈ ਲੀਡਰ ਆ ਜਾਵੇ, ਭੱਜੇ ਖੜੇ ਹੁੰਦੇ ਨੇ ਪਹਿਲੇ ਹੀ ਸਾਲ। ਸੋ ਸੰਤਗਿਰੀ ਕੁਛ ਹੋਰ ਹੈ, ਵੇਖ ਕੁਛ ਹੋਰ ਹੈ, ਸਾਧ ਬੇਪਰਵਾਹੀ ਕੁਛ ਹੋਇਆ ਕਰਦੀ ਹੈ। ਉਹ ਅਸਲ ਮੈਨੇ ਵਿੱਚ ਰਾਜੇ ਜੋਗੀ ਸੀ। ਸੋ ਜਦੋਂ ਔਰੰਗਜ਼ੇਬ ਹੁਣ ਚੱਕਰਵਰਤੀ ਸਮਰਾਟ ਸੀ, ਮੁਗਲ ਹਕੂਮਤ ਹੈ, ਕਹਿਣ ਗਿਆ ਤੁਸੀਂ ਕੁਲਹਾ ਕਿਉਂ ਨਹੀਂ ਪਹਿਨਦੇ? ਸਰਮਦ ਕਹਿਣ ਗਿਆ ਰਾਜਨ ਇਸੇ ਅਕਲ ਦੀ ਖੱਟੀ ਖਾਂਦਾ ਹੈ, ਮੇਰਾ ਸਿਰ ਨੰਗਾ ਨਹੀਂ, ਸਿਰ ਬਰਹਨਾ ਨੇਸਤਮ ਦਾਰਮ ਕੁਲੈ ਚਾਰ ਹੈ ਤਰਕ, ਤਰਕੇ ਦੁਨੀਆ ਤਰਕੇ ਮੌਲਾ, ਤਰਕੇ ਉਕਵਾ ਤਰਕੇ ਮੌਲਾ, ਤਰਕੇ ਤਰਕ। ਕਹਿਣ ਲੱਗੇ ਰਾਜਨ ਮੈਂ 4 ਕਿਸਮ ਦੀ ਟੋਪੀ ਪਗੜੀ ਪਹਿਨੀ ਫਿਰਦਾ ਹੈ, ਤੂੰ ਇੱਕ ਪਗੜੀ ਦੀ ਗੱਲ ਕਰ ਲੈ। ਤਰਕੇ ਦੁਨੀਆ, ਮੈਂ ਦੁਨੀਆ ਨੂੰ ਛੱਡਿਆ ਫਿਰਦਾ। ਤਰਕੇ ਉਕਵਾ, ਮੈਨੂੰ ਅਲਮਾਤ ਲੋਕ ਦੀ ਕੋਈ ਪਰਵਾਹ ਨਹੀਂ, ਕੋਈ ਸਵਰਗ ਦੀ ਇੱਛਾ ਨਹੀਂ। ਸੰਤਾਂ ਨੂੰ ਕਹੋ ਨਰਕ ਕਿਆ ਸੁਰਗ ਵਿਚਾਰਾ, ਸੰਤਾਂ ਦੋ, ਸੰਤਾਂ ਨੂੰ ਕੋਈ ਨਰਕ ਤੱਕ ਨਹੀਂ, ਕੋਈ ਸਵਰਗ ਨਹੀਂ। ਸਿਰ ਬਰਹਨਾ ਨੇਸਤਮ ਦਾਰਮ ਕੁਲਹਿ ਚਾਰ ਹੈ ਤਰਕ, ਅਰਬੀ ਵਿੱਚ ਕਹਿੰਦੇ ਮੈਂ 4 ਕਿਸਮ ਦਾ ਕੁਲਾ ਪਹਿਨਿਆ ਮੈਂ। ਤਰਕੇ ਦੁਨੀਆ, ਤਰਕੇ ਉਕਵਾ, ਤਰਕੇ ਮੌਲਾ, ਤਰਕੇ ਤਰਕ। ਮੈਂ ਦੁਨੀਆ ਦਾ ਤਿਆਗ ਕਰੀ ਫਿਰਦਾ ਰਾਜਨ, ਮੈਂ ਪਰਲੋਕ ਦਾ ਤਿਆਗ ਕਰੀ ਫਿਰਦਾ। ਉਸ ਤੋਂ ਅਗਲੀ ਅਵਸਥਾ ਜਗਿਆਸੂਆਂ ਦੀ, ਜਿਹੜੇ ਖੁਦਾ ਨੂੰ ਮਿਲਾਪ ਚਾਹੁੰਦੇ ਹਨ। ਇਹ ਰਾਜਨ ਮੈਨੂੰ ਖੁਦਾ ਦੇ ਮਿਲਾਪ ਦੀ ਵੀ ਕੋਈ ਇੱਛਾ ਨਹੀਂ, ਕਿਉਂਕਿ ਸਾਧ ਸੰਭਲ ਚੁੱਕੇ ਸਨ ਗਿਆਨਵਾਨ। ਤਰਕੇ ਤਰਕ, ਖੁਦੀ ਦਾ ਵੀ ਤਿਆਗ ਕਰੀ ਫਿਰਦਾ ਹਾਂ। ਮੈਨੂੰ ਕੀ ਲੋੜ ਹੈ ਕੁਲਾ ਪਹਿਨਣ ਦੀ? ਜਦੋਂ ਇਹੋ ਜਿਹੇ ਬਚਨ ਸਮਦ ਫਕੀਰ ਨੇ ਕਰਨੇ, ਔਰੰਗਜ਼ੇਬ ਸਾਧ ਸੜ ਬੜ ਜਾਂਦਾ ਸੀ। ਸੋ ਚੱਕ ਕੇ ਜੇਲ੍ਹ ਵਿੱਚ ਸਿੱਟ ਦਿੱਤਾ। ਸੋ ਰੂਮ ਬਲੈਟ ਦੇ ਰਾਜੇ ਨੇ ਆਪਣਾ ਮੰਤਰੀ ਔਰੰਗਜ਼ੇਬ ਦੇ ਪਾਸ ਭੇਜਿਆ ਕਿ ਮੈਂ ਸਰਮਦ ਫਕੀਰ ਨੂੰ ਮਿਲਣਾ ਚਾਹੁੰਦਾ ਹਾਂ। ਬੜੀਆਂ ਮਿੰਨਤਾਂ ਤਰਲੇ ਕੀਤੇ ਕਿ ਇਹ ਫਕੀਰ ਸਾਈਂ ਇੱਕ ਰਾਜਾ ਹੈ, ਉਹ ਕੋਈ ਰੂਹਾਨੀਅਤ ਦੀ ਗੱਲ ਕਰਨੀ ਚਾਹੁੰਦਾ ਹੈ, ਫਿਰ ਜਾ ਕੇ ਮਿਲੇ। ਕਿਉਂਕਿ ਦੁਨੀਆ ਨੂੰ ਪਤਾ ਨਹੀਂ ਹੁੰਦਾ ਸੰਤਾਂ ਨਾਲ ਕੀ ਗੱਲਾਂ ਕਰਨੀਆਂ ਨੇ, ਕੀ ਬਚਨ ਕਰਨੇ ਨੇ, ਆਪਣਾ ਹੀ ਰੋਣਾ ਲੈ ਕੇ ਬੈਠ ਜਾਂਦੇ ਨੇ। ਕੋਈ ਨਾਮ ਦੀ ਗੱਲ ਨਹੀਂ, ਕੋਈ ਭਜਨ ਦੀ ਗੱਲ ਨਹੀਂ। ਸੰਤਾਂ ਦੇ ਪਾਸ ਹੁੰਦੀ ਹੈ ਨਾਮ ਦੀ ਗੱਲ, ਸਾਸ ਹੁੰਦੀ। ਕੋਈ ਨਾਮ ਵੱਲ ਤਾਂ ਤੁਰ ਕੇ ਅੱਜ ਦੇ ਸਮੇਂ 'ਚ ਰਾਜੀ ਨਹੀਂ, ਤਾਂ ਹੀ ਸੰਸਾਰ ਦੁਖੀ ਤੁਰਿਆ ਫਿਰਦਾ ਹੈ। ਗੁਰੂ ਨਾਨਕ ਜੀ ਨੇ 4 ਉਦਾਸੀਆਂ ਕੀਤੀਆਂ, ਨਿਗਾਹ ਮਾਰੀ, ਕਹਿੰਦੇ ਨੂੰ ਭਾਈ ਬਾਲਿਆ ਮਰਦਾਨਿਆ, ਸੰਸਾਰ ਦੀ ਹਾਲਤ ਅੱਜ ਨਾਮ ਤੋਂ ਬਿਨਾਂ ਕਿਹੋ ਜਿਹੀ ਹੋਈ ਪਈ ਹੈ। ਬਾਲੀ ਰੋਵੇ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਦੁਨੀਆ ਰੋਂਦੀ ਦੇਖੀ ਗਈ ਸਾਧ ਸੰਗ ਨਾਮ ਤੋਂ ਬਿਨਾਂ, ਜਲਦੀ ਬਲਦੀ ਦੇਖੀ ਗਈ, ਸਭ ਰੋਂਦੀ ਦੇਖੀ ਗਈ ਹਰੀ ਦੇ ਨਾਮ ਬਿਨਾਂ।
ਸੰਗ ਇਹੋ ਜਿਹੀ ਹੈ, ਰੋਂਦੀ ਫਿਰਦੀ ਹੈ ਦੁਨੀਆ ਨਾਮ ਤੋਂ ਬਿਨਾਂ। ਸੋ ਖੈਰ ਹੁਣ ਰਾਜਾ ਸਰਮਦ ਫਕੀਰ ਦੇ ਪਾਸ ਆਉਂਦਾ ਹੈ, ਨਮਸਕਾਰ ਕੀਤੀ, ਕਹਿਣ ਗਿਆ ਐਸਾ ਹੀ ਲੋ, ਮੈਂ ਦੋ ਅਰਥ ਪੁੱਛਣੇ ਚਾਹੁੰਦਾ ਹਾਂ, ਸਬਰ ਔਰ ਸ਼ੁਕਰ। क्योंकि भगतां दे वास्ते, भगती करने वालियां वास्ते मैनू किसी ने दस्या भी आ दो गुण लाजमी हैं। सबर किहनूं कहंदे हन, शुकर किहनूं कहंदे हन। सरमद फकीर हसदा है, मुस्कुरांदा है, क्योंकि बेपरवाह सी साध संगत। कहन गया भी राजन ऐसा करी, अज नहीं समा, कल नूं आई एक मशक पानी भी लैके आई और गज कोरा कपड़ा लैके आई, इशनान करांगे, बड़ा समा हो गया। राजा अगले दिन एक मशक पानी दी लैके और कोरा कपड़ा लैके आ जाता है। सरमद फकीर ने सासन उत्थे इशनान किया और ते कपड़ा पहनिया जिहड़ा राजा लैके आया सी। इतने विच की होया, सरमद फकीर नूं रोजाना ही औरंगजेब ने सजा लाई सी। 100 हंटर कोरड़े जिन्हों कहते हैं वो मारे जाते सन। उन्होंने की फर्क सी सतपुरुषों अनुसार, क्योंकि शरीर की खेड तो उपर होया करते हैं, संत शरीर नहीं होंगे, वो शरीर तो परा होया करते। सो खैर ये गल्लां अखी प्रैक्टिकल देखिया हुई साध संगत। एक तो हमने कहन मात्र, सतपुरुषों रंचक मात्र भी शरीर के कोई खेल दुख नहीं होया करता, क्योंकि शरीर होंगे ही नहीं। सो खैर करके हूँ 100 हंतर मारने वाले कोरड़े सजा देने वाले उत्थे जलाल आ जाते, नाल दी नाल सजा मिल रही है। और सरमद फकीर सासों उंगली के इशारे नाल नैन की तरह इशारा कर रहे हैं, जिमें किसी को रोक रहे हों। ये समा लंघिया तो उस वक्त जिहड़ा राजा आया सी कोल खड़ा देखदा रहा, कहन गया ऐसा ही फकीर, ये तुसी इतना कष्ट चल रहे हो? कहन लगे नहीं नहीं, मैनूं कोई कष्ट नहीं है। कहन लगे मेरे सवाल का जवाब सबर किसनूं कहा जाता है? कहन लगे राजन मैं जवाब दे चुकिया। कहन लगे मैनूं तो कुछ नहीं समझ लगी, क्योंकि वो नेत्र नहीं संसार राजे के पास होए। कहन लगे अच्छा हुण जरा आकाश वाल उत्ते वाल निगाह मार। जदों राजा उत्ते नूं निगाह मार लै, बेअंत दैवी शक्तियां हथ जोड़ी खड़ियां हन सरमद फकीर दे अगे, कह रही हन ऐ साईं लोग, ऐ सरमद फकीर, आ तेनों इतना कष्ट दे रहे हैं, जालम लोग तेरे ते जुल्म कर रहे हैं, सानू इशारा कर दे एक दफा, इन्हां दा राज गर्क कर देंगे, इन्हों खत्म ही कर दें, धरती आकाश हत्थां ते रख के ताड़ी मार देंगे हैं। बेअंत शक्तियां सरमद फकीर के पास खड़ियां। जब ये गल राजे ने देखी बड़ा हैरान होया, कहन गया ऐसा ही फकीर, इतनी शक्तियां के मालिक हुंदियां होइयां तुसीं आ कुछ कर रहे हो? राजन इसे नूं ही सबर कहा है। सारा कुछ होवे, शक्तियां समेत हुआ, पर फिर भी किसी रस विच वाहिगुरू दी रजा विच बैठना, इनू सबर कहा है। फिर शुक्र, इतने विच एक जल दा गिलास शटांक मात्र नमक वो पाके इसनूं दिता गया। बस आही खुराक सी, इतने शक्कर नूं मिलदा सी। और छक के फिर खुदा का शुक्र किया, ऐ खुदा अल्लाह ताला तेरा शुक्र है, तुम जो दे रहा है मैं ये लायक है नहीं सी, फिर भी तुम दे रहे हैं। ये है सबर और शुक्र। सासन सारिया शक्तियां होण पर वो शक्तियों का प्रगटावा ना किया जाए। साढ़े पास तो कुछ आ जाए, कोई राशि सता आ जाए, कोई होर आ जाए, उदों ही सासन फुले नहीं समाते, पता नहीं की कुछ बन जाते हैं। पर संतां की जिहड़ी अवस्था सबर अंदर सावरी,
ਖੁਦਾ ਵਿੱਚ ਅਪੇਰ ਹੋ ਚੁੱਕੇ ਹਨ, ਵਾਹਿਗੁਰੂ ਦਾ ਹੀ ਰੂਪ ਹੋ ਗਏ। ਗੁਰੂ ਜੀ ਕਹਿੰਦੇ ਉਸ ਸੰਸਾਰ ਵਿੱਚ ਵਿਚਰਦਿਆਂ ਕਿਸੇ ਨੂੰ ਆਪਣਾ ਭੇਦ ਨਹੀਂ ਦੱਸਿਆ ਕਰਦੇ। ਔਰ ਦੁਨੀਆ ਤੋਂ ਸਾਸਨ ਇਹੋ ਜਿਹੇ ਬਣ ਕੇ ਰਹਿੰਦੇ ਹਨ ਕਿ ਕੁਛ ਪਤਾ ਹੀ ਨਹੀਂ। ਇਹੋ ਜਿਹੇ ਗੁਰਮੁਖ ਪਿਆਰੇ, ਇਹੋ ਜਿਹੇ ਸੰਤ, ਇਹੋ ਜਿਹੇ ਬ੍ਰਹਮ ਗਿਆਨੀ ਭਗਤ ਸੰਸਾਰ ਵਿੱਚ ਆਏ, ਪ੍ਰਵਾਨ ਗਿਣੇ ਗਏ। ਗੁਰੂ ਨਾਨਕ ਜੀ ਨੇ ਜਿੱਤੇ ਰੰਧਾਵੇ ਨੂੰ ਕਿਹਾ ਸੀ, ਬੇਟਾ ਪੁੱਛਿਆ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਕਿਹੜੇ ਸੱਜਣ, ਕਿਹੜੇ ਪੁਰਸ਼, ਕਿਹੜੇ ਸੰਤ ਭਗਤ ਪ੍ਰਵਾਨ ਹੋਣਗੇ? ਗੁਰੂ ਨਾਨਕ ਜੀ ਕਹਿਣਗੇ, ਭਾਈ ਪ੍ਰਵਾਨ ਉਹ ਹੋਣਗੇ ਜੇ ਰਤੀ ਜਿੰਨਾ ਵੀ ਦਿਖਾਵਾ ਨਾ ਕਰਨ, ਮਨ ਜਿੰਨਾ ਕਰਕੇ ਰਤੀ ਜਿੰਨਾ ਵੀ ਦਿਖਾਵਾ ਨਾ ਕਰ। ਪਰ ਅਜੇ ਹਾਲਤ ਸਾਸਨ ਉਲਟ ਹੋਈ ਪਈ ਹੈ, ਕਰਨਾ ਰਤੀ ਜਿੰਨਾ ਵੀ ਨਹੀਂ, ਦਿਖਾਵਾ ਮਨਾ ਜਿੰਨਾ ਕਰਨਾ। ਗੁਰੂ ਨਾਨਕ ਜੀ ਨੇ ਕਿਹਾ ਸੀ, ਮਨ ਜਿੰਨਾ ਕਰਕੇ ਰਤੀ ਜਿੰਨਾ ਵੀ ਦਿਖਾਵਾ ਨਾ ਕਰੇ, ਉਹ ਸੰਸਾਰ ਵਿੱਚ ਪ੍ਰਵਾਨ ਗਿਣਿਆ ਜਾਏਗਾ। ਉਸ ਦੀ ਬੰਦਗੀ ਪ੍ਰਵਾਨ ਗਿਣੀ ਜਾਏਗੀ, ਉਸਦਾ ਆਇਆ ਪ੍ਰਵਾਨ ਗਿਣਿਆ ਜਾਏਗਾ। ਪਰ ਅੱਜ ਕੀ ਹੈ? ਸਾਸਨ ਹੈ ਰਤੀ ਜਿੰਨਾ ਵੀ ਨਹੀਂ। ਆਪੋ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਓ, ਨਿਗਾਹ ਮਾਰ ਕੇ ਦੇਖ ਲਓ, ਸੰਸਾਰ ਦੀ ਹਾਲਤ ਦੇਖ ਲਓ, ਦਿਖਾਵਾ ਬਹੁਤ ਹੈ। ਸਾਸਨ ਅੱਲੇ ਪੱਲੇ ਕੁਛ ਹੈ ਨਹੀਂ। ਗੁਰੂ ਨਾਨਕ ਜੀ ਦੇ ਬਚਨ ਜਿਹੜੇ ਸਨ ਉਹ ਤਿੰਨ ਗਾਲ ਸੱਚ ਨੇ, ਹੈ ਰਤੀ ਜਿੰਨਾ ਵੀ ਨਹੀਂ। ਹੁਣ ਨਿਤਨੇਮ ਪੁੱਛੋ ਕਰਕੇ ਦੇਖੋ, ਸਾਸਨ ਆਪੋ ਆਪਣੇ ਅੰਦਰ ਝਾਤੀ ਮਾਰੋ, ਸਾਡਾ ਕਿਤਨਾ ਕੁ ਨਿਤਨੇਮ ਹੈ, ਕਿਤਨੀ ਕੁ ਬਾਣੀ ਪੜ੍ਹਦੇ, ਕਿਤਨਾ ਸਿਮਰਨ ਭਜਨ ਹੈ, ਕਿਤਨਾ ਅਸੀਂ ਦੂਜਿਆਂ ਨੂੰ ਕਰਨ ਨੂੰ ਕਹਿੰਦੇ। ਅਵਰ ਉਪਦੇਸ਼ੈ ਆਪ ਨਾ ਕਰੈ, ਆਪ ਜਾਵਤ ਜਨਮੈ ਮਰੈ। ਸਾਡੇ ਅੱਲੇ ਪੱਲੇ ਆਪਣੇ ਕੁਛ ਹੈ ਨਹੀਂ। ਗੁਰੂ ਨਾਨਕ ਜੀ ਦੇ ਬਚਨ ਉਹ ਸੱਚ ਸਾਸਨ। ਕਿਉਂਕਿ ਕਿਸੇ ਨੂੰ ਉਪਦੇਸ਼ ਕਰਨਾ ਹੋਵੇ, ਇਹ ਅਨੁਭਵੀ ਮਹਾਂਪੁਰਸ਼ਾਂ ਦੇ ਬਚਨ, ਘੱਟੋ ਘੱਟ 10 ਲੱਖ ਗੁਰਮੰਤਰ ਦਾ ਜਾਪ, 10 ਲੱਖ ਗੁਰਮੰਤਰ ਦਾ ਜਾਪ ਆਪਣਾ ਹੋਵੇ, ਫਿਰ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਸੱਜਣਾ ਗੁਰਮੰਤਰ ਕਰਿਆ ਕਰ, ਫਿਰ ਕਿਸੇ ਨੂੰ ਉਪਦੇਸ਼ ਕਰ ਸਕਦੇ ਹਾਂ। ਆਪਣਾ 4-5 ਘੰਟੇ ਦਾ ਸਿਮਰਨ ਨਿਤਨੇਮ ਇੱਕ ਦਿਨ ਦਾ ਹੋਵੇ, ਫਿਰ ਕਿਸੇ ਨੂੰ ਕਹਿ ਸਕਦੇ ਹਾਂ ਸਾਸਨ। ਭਜਨ ਹੋਵੇ, ਸੇਵਾ ਹੋਵੇ, ਸਿਮਰਨ ਹੋਵੇ, 5-6 ਘੰਟੇ ਕੱਢਦਾ ਹੋਵੇ। ਜੇ ਕਹੀਏ ਮੈਂ ਤਾਂ ਨਹੀਂ ਰੋਜ਼ ਇੱਕ ਜਪਜੀ ਸਾਹਿਬ ਕਰਦਾ, ਇੱਕ ਜਪਜੀ ਸਾਹਿਬ ਕੀ ਸਾਸਨ? ਠੀਕ ਹੈ, ਗੁਰਬਾਣੀ ਪੜ੍ਹਨ ਦਾ ਮਹੱਤਵ ਹੈ, ਇੱਕ ਪਾਠ ਦਾ ਵੀ ਮਹੱਤਵ ਹੈ। ਪਰ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਗੁਰੂ ਤਾਂ ਕਹਿੰਦੇ ਹਨ ਸਾਸ ਸਾਸ ਸਿਮਰੋ ਗੋਬਿੰਦ, ਇੱਕ ਸਵਾਸ ਵੀ ਸਾਡਾ ਬਿਰਥਾ ਨਾ ਜਾਵੇ। ਪਰ ਸਤਪੁਰਸ਼ ਬ੍ਰਹਮ ਗਿਆਨੀ ਤੱਤਵੇ ਤੇ ਉਹਨਾਂ ਦੀ ਇਹ ਅਵਸਥਾ ਹੁੰਦੀ ਹੈ, ਜਿਨ੍ਹਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸ੍ਰੀ ਨਾਨਕਾ ਪੂਰਨ ਸੋਈ ਸੰਤ। ਸੋ ਉਹਨਾਂ ਨੂੰ ਸਤਪੁਰਸ਼ ਕਿਹਾ ਸਾਸਨ, ਜਿਨ੍ਹਾਂ ਨੂੰ ਕਦੇ ਵਾਹਿਗੁਰੂ ਦਾ ਨਾਮ ਵਿਸਰਦਾ ਹੀ ਨਹੀਂ। ਹੁਣ ਕਈ ਪ੍ਰੇਮੀ ਕਹਿੰਦੇ ਲੋ ਜੀ ਇਹ ਕਿਵੇਂ ਹੋ ਸਕਦਾ, ਕਦੇ ਨਾਮ ਵਿਸਰੇ ਨਾ। ਹੁਣ ਇਤਨਾ ਸਮਾਂ ਨਹੀਂ ਕਿ ਇਸ ਟੌਪਿਕ ਤੇ ਵਿਚਾਰ ਕਰੀਏ। ਕਿਸੇ ਨੂੰ ਕੋਈ ਸ਼ੰਕਾ ਹੋਵੇ ਉਹ ਬਾਅਦ ਮਿਲ ਵੀ ਸਕਦਾ, ਪੁੱਛ ਵੀ ਸਕਦਾ। ਗੁਰਬਾਣੀ ਦੀਆਂ ਵਿਚਾਰਾਂ ਕਰਨ ਲੱਗ ਜੀਏ ਬੜੀਆਂ ਡੂੰਘੀਆਂ ਚਲੀਆਂ ਜਾਂਦੀਆਂ ਨੇ। ਸੋ ਬਾਬਾ ਦਲਜੀਤ ਸਿੰਘ ਜੀ ਇਹਨਾਂ ਨੇ ਬੜੇ ਪ੍ਰੇਮ ਨਾਲ ਕਿਹਾ ਵੀ 1 ਘੰਟੇ ਦਾ ਸਮਾਂ ਉਹ ਪ੍ਰੇਮ ਨਾਲ ਆਪ ਸੰਗਤਾਂ ਦੇ ਦਰਸ਼ਨ ਕੀਤੇ ਹਨ। ਸਮਾਂ ਦੇਖੋ 10 ਦਾ ਸਮਾਂ ਸਮਾਪਤੀ ਵੱਲ ਹੈ। ਅਗਲਾ ਸਮਾਂ ਆਪਨੇ ਜੋ ਵੀ ਹੈ ਬੜੇ ਪ੍ਰੇਮ ਨਾਲ ਸਰਵਣ ਕਰਨਾ। ਸਾਸਨ ਬੇਨਤੀ ਇਹੀ ਹੈ ਵੀ ਮਾਨਸ ਤਨ ਇਹ ਬਾਰ-ਬਾਰ ਨਹੀਂ ਪ੍ਰਾਪਤ ਹੁੰਦਾ, ਬਾਰ-ਬਾਰ ਨਹੀਂ ਇਸ ਦੀ ਪ੍ਰਾਪਤੀ ਹੋਣੀ। ਮਾਨਸ ਦੇ ਬਹੁ ਨਾ ਪਾਵੇ, ਕੁਛ ਉਪਾਅ ਮੁਕਤ ਕਾ ਕਰ ਰਹੇ। ਇਸ ਜਿਹਨੂੰ ਪ੍ਰੇਮੀਓ ਕੋਈ ਮੁਕਤੀ ਦਾ ਉਪਾਅ ਕਰ ਲਓ। ਗੁਰੂ ਵਾਲੇ ਬਣ ਕੇ ਵਾਹਿਗੁਰੂ ਦਾ ਭਜਨ ਕਰੋ। ਅੱਜ ਦਾ ਸਮਾਂ ਚੱਲ ਰਿਹਾ, ਬੜੀ ਦੁਵਿਧਾ ਵਿੱਚ ਦੁਨੀਆ ਪਈ ਹੋਈ ਹੈ। ਦੁਵਿਧਾ ਵਿੱਚ ਪਾਉਣੇ ਵਾਲੇ ਬੜੇ ਤੁਰੇ ਫਿਰਦੇ ਹਨ। ਸੋ ਇਸ ਕਰਕੇ ਭਾਈ ਦੁਵਿਧਾ ਤੋਂ ਬਚੋ, ਨਿੰਦਿਆ ਤੋਂ ਬਚੋ। ਸਤਸੰਗਤ ਕਰਿਆ ਕਰੋ ਜਿੱਥੇ ਵੀ ਮਿਲੇ। ਪਰ ਸਤਸੰਗਤ ਦੀ ਸ਼ਰਤ ਕੀ ਹੈ? ਸਤਸੰਗਤ ਉਹ ਹੈ ਜਿੱਥੇ ਕਿਸੇ ਦੀ ਵੀ ਨਿੰਦਿਆ ਨਾ ਹੋਵੇ। ਸਤਸੰਗਤ ਕੈਸੀ ਜਾਣੀਏ? ਜਿੱਥੇ ਇੱਕੋ ਨਾਮ ਬਖਾਣੇ, ਜਿੱਥੇ ਕੇਵਲ ਨਾਮ ਦਾ ਰਸ ਚੱਲਦਾ ਹੋਵੇ, ਉਹ ਥਾਂ ਨੂੰ ਸਤਸੰਗਤ ਕਿਹਾ ਹੈ। ਜਿੱਥੇ ਸਤ ਦੀ ਵਿਚਾਰ ਹੋਵੇ। ਇਸ ਕਰਕੇ ਸਤਸੰਗ ਕਰਿਆ ਕਰੋ ਜਿੱਥੇ ਵੀ ਮਿਲੇ। ਔਰ ਗੁਰੂ ਵਾਲੇ ਬਣ ਕੇ ਭਜਨ ਕਰੋ। ਸਾਧ ਸੰਗ ਪਾਈ ਰੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ
गुरु माने ग्रंथ, गुरु ग्रंथ साहिब सारे गुरु हैं, इन्हें तो सानू ज्ञान मिलना है। और गुरु घर दे विच गुरु धारण करने की मर्यादा पंज प्यारे सिंह साहिबान उन्होंने पासों अमृत छको, शासन ये गुरु धारण करने सिख मतरे रहत है, मर्यादा है। बाकी आपो अपने धर्म अनुसार गुरु धारण करो, शासन गुरु धारण करना सारे वास्ते राजवी है, भावें कोई हिंदू है, भावें कोई मुसलमान है, भावें कोई सिख है, ईसाई है, जैनी, बौद्धी, कोई भी है, गुरु हर करे वास्ते लाजमी है। और गुरु तो ही स्वयं ज्ञान प्राप्त होना है और ज्ञान से ही मुक्ति प्राप्त होनी है। मुक्ति हुए तो ही जन्म मरण का नवेड़ा खत्म होना है। अब महापुरुषों ने अपना नवेड़ा जन्म मरण का शासन को खत्म किया है बाबा बलविंदर सिंह जी सेवा करके, सिमन करके। क्योंकि संतां की जी अवस्था होंगी है, दास कबीर जेड़े गढ़ उपर राज भी अविनाशी, वो अविनाशी राज तक पहुँच जाते हैं। इस करके महापुरुष तो जीवन की बाजी जित के गए। अपना भी फर्ज है शासन उन्होंने जीवन तो कुछ सेध लैके अगला अपने जीवन में सहेला बनाइए। लोक सुखी पर लोक सुहेले, नानक हर प्रभ आपके मेले। वाहिगुरू जी का खालसा, वाहिगुरू जी।